पेश है विज्ञान लड़ीवार आउण वाला कल दी 22वीं कड़ी। मूल लेखन डॉक्टर मानस प्रीतम दास। लड़ीवार संयोजक डॉक्टर BK त्यागी। पंजाबी रूपांतर ते खोज भारत ज्ञान विज्ञान समिति पंजाब ते चंडीगढ़। ਪਿਆਰੇ ਸਰੋਤਿਓ, ਬਨੋਟੀ ਬੌਧਿਕਤਾ ਦੀ ਵਿਗਿਆਨ ਵਰਤੋਂ ਤੇ ਭਵਿੱਖ ਬਾਬਤ ਸਾਡੇ ਲੜੀਵਾਰ ਆਉਣ ਵਾਲਾ ਕੱਲ ਦੀ 22ਵੀਂ ਕੜੀ ਜਿੱਥੇ ਚਾਹੋ ਜਦੋਂ ਚਾਹੋ ਜਿੰਨੀਆਂ ਚਾਹੋ ਕਾਰਾਂ ਹਾਜ਼ਰ ਵਿੱਚ ਨਿੱਘਾ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਅੱਛਾ ਚਾਚਾ ਜੀ, ਉਸ ਤੋਂ ਬਾਅਦ ਕੀ ਹੋਇਆ? ਪਲੀਜ਼ ਦੱਸੋ ਨਾ। ਕੀ ਉਹ ਕਾਰ ਯਾਤਰੀਆਂ ਸਮੇਤ ਨਦੀ 'ਚ ਡੁੱਬ ਗਈ? ਤੁਹਾਡੀ ਕਲਪਨਾ ਸ਼ਕਤੀ ਦਾ ਕੋਈ ਜਵਾਬ ਨਹੀਂ। ਪਰ ਬੇਟਾ, ਉਹ ਕੋਈ ਆਮ ਕਾਰ ਨਹੀਂ ਸੀ। ਕੀ ਮਤਲਬ? 4 ਪਹੀਆਂ ਵਾਲੀ ਕਾਰ ਹੀ ਸੀ ਨਾ, ਕੋਈ ਹਵਾਈ ਜਹਾਜ਼ ਥੋੜੀ ਸੀ ਜਿਹੜਾ ਨਦੀ 'ਚ ਆਉਣ 'ਤੇ ਉੱਡਣ ਲੱਗੇ। ਕਿਵੇਂ ਅਲੱਗ ਸੀ? ਮੇਰਾ ਮਤਲਬ ਦੂਸਰੀਆਂ ਕਾਰਾਂ ਤੋਂ ਭਿੰਨ ਕੀ ਸੀ? ਸੁਣ ਅਰਮਾਨ, ਕਾਰ ਵੀ ਤਾਂ ਆਦਮੀ ਦੇ ਵਾਂਗੂ ਬੁੱਧੀਮਾਨ ਹੋ ਸਕਦੀ ਹੈ ਨਾ। ਕੀ ਵਾਹਨਾਂ ਨੂੰ ਅਸੀਂ ਨਵੀਂ ਤਕਨੀਕ ਦੇ ਸਹਾਰੇ ਸਮਾਰਟ ਨਹੀਂ ਬਣਾ ਸਕਦੇ, ਜਿਸ ਨਾਲ ਉਹ ਜਾਣ ਸਕਣ, ਸਮਝ ਸਕਣ ਕਿ ਅੱਗੇ ਕੀ ਹੋਣ ਵਾਲਾ ਹੈ? ਸੋਚਣ ਸ਼ਕਤੀ ਰੱਖੇ ਤੇ ਉਹ ਵੀ ਕਾਰ। ਇਹ ਸਭ ਤਾਂ ਫਿਲਮਾਂ 'ਚ ਵਿਖਾਇਆ ਜਾਂਦਾ ਹੈ। ਕੀ ਨਾਂ ਦੱਸਿਆ ਉਹ ਫਿਲਮ ਦਾ? ਟਾਰਜ਼ਨ। ਬੜਾ ਹੀ ਫਨੀ ਨਾਂ ਹੈ। ਅਰਮਾਨ, ਬਾਲੀਵੁੱਡ ਦੀ ਹੱਸੀ ਨਾ ਉਡਾ ਬਈ। ਇੱਕ ਵਿਸ਼ਵੀ ਨਾਗਰਿਕ ਦੇ ਵਾਂਗ ਸੋਚੋ। ਇਸ ਪ੍ਰਕਾਰ ਦੀਆਂ ਸਮਾਰਟ ਕਾਰਾਂ ਤੇ ਕਈ ਫਿਲਮਾਂ ਬਣੀਆਂ ਨੇ। ਹਾਂ, ਬਹੁਤ ਫਿਲਮਾਂ ਬਣੀਆਂ ਨੇ। ਉਹ ਅੰਗਰੇਜ਼ੀ ਫਿਲਮ ਦਾ ਕੀ ਨਾਂ ਸੀ? ਹਾਂ, ਯਾਦ ਆਇਆ, ਜੌਨੀ ਕੈਬ ਟੋਟਲ ਰਿਕਾਲ। ਉਸ 'ਚ ਜੌਨੀ ਕੈਬ ਜੋ ਸੀ। ਚਲੋ ਹੁਣ ਥੋੜ੍ਹੀ ਦੇਰ ਉਸ ਨੂੰ ਭੁੱਲ ਜਾਓ। ਤੁਹਾਡੇ ਪਸੰਦ ਦੀ ਦਾਰਜੀਲਿੰਗ ਚਾਹ ਹਾਜ਼ਰ ਹੈ। ਉਹ ਪੰਜਵਾਂ ਤੱਤ, ਦਾ ਫਿਫਥ ਐਲੀਮੈਂਟ, ਉਹ ਤਾਂ ਪਾਸਾ ਬਦਲਾਉਣ ਵਾਲੀ ਹੋ ਨਿਬੜੀ ਭਾਬੀ ਜੀ। ਉਸ ਦਹਾਕੇ 'ਚ ਤਾਂ ਮੇਰਾ ਭਾਵ ਹੈ 90ਵਿਆਂ ਦੌਰਾਨ ਤਾਂ ਕਈ ਹੋਰ ਫਿਲਮਾਂ ਵੀ ਆਈਆਂ ਸੀ ਜਿਨ੍ਹਾਂ 'ਚ ਆਪਣੇ ਆਪ ਚੱਲਣ ਵਾਲੀਆਂ ਕਾਰਾਂ ਵਿਖਾਈਆਂ ਗਈਆਂ ਸੀ। ਗੁਰਵਿੰਦਰ, ਠੀਕ ਕਿਹਾ। ਉਸ ਫਿਲਮ 'ਚ ਤਾਂ ਉੱਡਣ ਵਾਲੀ ਕਾਰ ਵੀ ਦਿਖਾਈ ਸੀ। ਚਾਚਾ ਜੀ, ਕੀ ਕਿਸੀਆਂ ਪੇਟੀਆਂ ਫਿਲਮਾਂ ਦੀ ਗੱਲਾਂ ਕਰ ਰਹੇ ਹੋ? ਪਹਿਲਾਂ ਮੈਨੂੰ ਉਹ ਕਹਾਣੀ ਸੁਣਾਓ, ਨਹੀਂ ਤਾਂ ਕੱਟੀ। ਦੇਖੋ ਭਾਬੀ ਜੀ, ਕਿਸ ਤਰ੍ਹਾਂ ਅਰਮਾਨ ਮੈਨੂੰ ਬਲੈਕਮੇਲ ਕਰ ਰਿਹਾ। ਹੋ ਚੰਗਾ ਭਾਈ, ਚੰਗਾ। ਇਹ ਦੱਸੋ, ਕਿੱਥੇ ਛੱਡਿਆ ਸੀ ਮੈਂ? ਉਹੀ ਕਾਰ ਵਾਲੀ ਕਹਾਣੀ। ਕਿੰਨੀਆਂ ਚੀਜ਼ਾਂ ਬਦਲ ਗਈਆਂ ਨੇ ਕਿ ਅੱਜ ਕੱਲ੍ਹ ਦੇ ਬੱਚੇ ਇਤਿਹਾਸ ਦੀਆਂ ਕਹਾਣੀਆਂ 'ਚ ਕੋਈ ਦਿਲਚਸਪੀ ਨਹੀਂ ਲੈਂਦੇ, ਨਾ ਅਲੀ ਬਾਬਾ ਤੇ 40 ਚੋਰ ਵਰਗੀਆਂ ਮਨ ਘੜਤ ਕਹਾਣੀਆਂ 'ਚ। ਮੰਮੀ, ਤੁਸੀਂ ਨਹੀਂ ਸਮਝੋਗੇ। ਉਹ ਵਰਤਮਾਨ 'ਚ ਜੀਣਾ ਸਿੱਖੋ। ਓਏ, ਐਵੇਂ ਨਹੀਂ ਕਹਿੰਦੇ। ਮੈਂ ਇੱਕ ਕਾਰ ਦੀ ਗੱਲ ਕਰ ਰਿਹਾ ਸੀ ਜਿਹੜੀ ਪੱਛਮੀ ਬੰਗਾਲ 'ਚ ਚੇਲ ਨਦੀ 'ਤੇ ਬਣੇ ਪੁਲ ਨੂੰ ਪਾਰ ਕਰ ਰਹੀ ਸੀ। ਲਗਾਤਾਰ ਹੋ ਰਹੀ ਵਰਖਾ ਦੇ ਕਾਰਨ ਉਹ ਪੁਲ ਟੁੱਟ ਗਿਆ ਤੇ ਫੇਰ ਕੀ ਉਹ ਕਾਰ ਉਸ ਸਮੇਂ ਪੁਲ 'ਤੇ ਜਾ ਰਹੀ ਸੀ? ਸਪਸ਼ਟ ਸੀ ਕਿ ਉਹ ਕਾਰ ਤੇਜ਼ ਵਹਾਅ 'ਚ ਜਾ ਡਿੱਗੀ। ਉਸ ਸਮੇਂ ਉਸ 'ਚ ਡਰਾਈਵਰ ਤੋਂ ਇਲਾਵਾ 3 ਸਵਾਰੀਆਂ ਹੋਰ ਸੀ। ਓਹ, ਕਿੰਨੀ ਦੁੱਖ ਦੀ ਘੜੀ ਰਹੀ ਹੋਏਗੀ। ਸਾਰੇ ਦੇ ਸਾਰੇ ਤੇਜ਼ ਵਹਾਅ ਦੇ ਕਾਰਨ ਮਾਰੇ ਗਏ ਹੋਣਗੇ। ਨਾ, ਐਦਾਂ ਨਹੀਂ ਹੋਇਆ। ਇਹੀ ਤਾਂ ਕਹਾਣੀ 'ਚ ਰੋਚਕਤਾ ਹੈ। ਉਸ ਕਾਰ ਨੂੰ ਇਸ ਤਰ੍ਹਾਂ ਦੱਸਿਆ ਗਿਆ ਕਿ ਇਸ ਪ੍ਰਕਾਰ ਦੀਆਂ ਸਥਿਤੀਆਂ 'ਚ ਯਾਤਰੀ ਸੁਰੱਖਿਅਤ ਬਚ ਸਕੇ। ਤੁਰੰਤ ਕਾਰ ਆਪਣੇ ਆਪਾਤਕਾਲੀਨ ਮੋਡ 'ਚ ਆ ਗਈ। ਸਥਿਤੀ ਨੂੰ ਭਾਂਪਦੇ ਹੋਏ ਤੁਰੰਤ ਬ੍ਰੇਕ ਲੱਗੇ ਤੇ ਕਾਰ ਪਿੱਛੇ ਵੱਲ ਘੁੰਮ ਗਈ। ਕੀ ਕਿਹਾ? ਕਾਰ 'ਚ ਪਰਿਵਰਤਨ? ਕਿ ਪਣਡੁੱਬੀ ਬਣ ਗਈ? ਅੰਕਲ, ਇੱਥੇ ਨਦੀਆਂ ਇੰਨੀਆਂ ਡੂੰਘੀਆਂ ਨਹੀਂ ਕਿ ਪਣਡੁੱਬੀ ਚੱਲ ਸਕੇ। ਭਾਬੀ ਜੀ, ਹੁਣ ਤਾਂ ਅਰਮਾਨ ਦਾ ਦਿਮਾਗ ਪੂਰਾ ਦੌੜ ਰਿਹਾ ਹੈ। ਮੇਰੇ ਵਿਚਾਰ 'ਚ ਉਹਦੇ ਦਿਮਾਗ 'ਚ ਨਿਊਟਿਲਸ ਦੀ ਕਹਾਣੀ ਚੱਲ ਰਹੀ ਹੈ। ਨੌਟਿਲਸ, ਅਦਭੁਤ ਸਾਇੰਸ ਫਿਕਸ਼ਨ ਯਾਨੀ ਵਿਗਿਆਨ ਗਲਪ। 19ਵੀਂ ਸਦੀ ਦੇ ਆਖਰ 'ਚ ਜੂਲਸ ਵਰਨੇ ਨੇ ਲਿਖੀ ਸੀ। ਅੰਤਾਂ ਦਾ ਅਦਭੁਤ ਕੰਮ। ਤੁਸੀਂ ਬਿਲਕੁਲ ਠੀਕ ਕਿਹਾ ਭਾਬੀ ਜੀ। ਨੌਟਿਲਸ ਨਾਮਕ ਨਿਰੀ ਕਲਪਿਤ ਪਣਡੁੱਬੀ ਨੂੰ ਉਸ ਸਮੇਂ
ਕੈਪਟਨ ਨੈਮੋ ਚਲਾ ਰਿਹਾ ਸੀ। ਅਰਮਾਨ ਵੇਖ ਭਾਬੀ ਜੀ ਕਿੱਦਾਂ ਇੰਟਰਸਟ ਲੈ ਰਹੇ ਨੇ। ਚੰਗਾ ਚੰਗਾ ਬਹੁਤ ਹੋਇਆ, ਸਾਰੇ ਤਾਨੇ ਮੈਨੂੰ ਹੀ ਦਿੰਦੇ ਰਹੋ। ਹਾਂ, ਮੈਂ ਜੂਲਸ ਵਰਨੇ ਦੁਆਰਾ ਲਿਖਿਤ ਨਾਵਲ 20,000 ਲੀਗਸ ਅੰਡਰ ਦ ਸੀ ਉਹਦੇ ਬਾਰੇ ਸੋਚ ਰਹੀ ਸੀ। ਚਲੋ ਹੁਣ ਮੈਨੂੰ ਦੱਸੋ ਵੀ ਉਸ ਕਾਰ ਦਾ ਕੀ ਹੋਇਆ? ਕੀ ਉਹ ਪਣਡੁੱਬੀ 'ਚ ਬਦਲ ਗਈ ਸੀ ਜਾਂ ਫਿਰ ਉੱਡਣ ਤਸ਼ਤਰੀ 'ਚ? ਨਹੀਂ ਨਹੀਂ ਭਾਬੀ ਜੀ, ਇੱਦਾਂ ਦਾ ਕੁਝ ਵੀ ਨਹੀਂ ਹੋਇਆ। ਹਾਲਾਂਕਿ ਆਉਣ ਵਾਲੇ ਸਮੇਂ 'ਚ ਇਹ ਮੁਮਕਿਨ ਹੋ ਸਕੇਗਾ। ਉਹ ਕਾਰ ਕਿਸੇ ਹੋਰ ਤਰ੍ਹਾਂ ਸੁਰੱਖਿਅਤ ਬਚ ਸਕੀ। ਅੱਛਾ, ਮੈਨੂੰ ਸੋਚਣ ਦਿਓ। ਹੂੰ ਹਾਂ, ਸਮਝ 'ਚ ਆਇਆ। ਉਸ ਕਾਰ 'ਚ ਸੁਰੱਖਿਆ ਦੇ ਲਈ 에ਅਰ ਬੈਗ ਵਰਗੀ ਸੁਵਿਧਾ ਹੋਏਗੀ। ਮੇਰਾ ਅਨੁਮਾਨ ਹੈ ਕਿ ਜਿਵੇਂ ਹੀ ਰੁਕਦੇ ਸਮੇਂ ਤੇਜ਼ ਝਟਕਾ ਲੱਗਿਆ ਹੋਏਗਾ ਤਾਂ 에ਅਰ ਬੈਗ ਖੁੱਲ੍ਹ ਗਏ ਹੋਣਗੇ। ਇਸ ਪ੍ਰਕਾਰ ਕਾਰ 'ਚ ਬੈਠੇ ਸਾਰੇ ਸੁਰੱਖਿਅਤ ਬਚ ਗਏ ਹੋਣਗੇ। ਵਾਹ 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 ਭਾਬੀ ਜੀ, ਕਲਪਨਾ ਦੀ ਦ੍ਰਿਸ਼ਟੀ ਤੋਂ ਤੁਹਾਡਾ ਅਨੁਮਾਨ ਬਿਲਕੁਲ ਠੀਕ ਹੈ। ਕਾਰ 'ਚ ਲੱਗੇ 에ਅਰ ਬੈਗ ਦਾ ਕਮਾਲ ਵੀ ਹੈ, ਪਰ ਚਾਚਾ ਜੀ, ਮੈਂ ਕੁਝ ਸਮਝਿਆ ਨਹੀਂ। ਕਿਵੇਂ ਇੱਕ ਕਾਰ ਵਹਿੰਦੇ ਪਾਣੀ 'ਚ 에ਅਰ ਬੈਗ ਖੁੱਲਣ ਨਾਲ ਬਚ ਸਕਦੀ ਹੈ? ਹਾਂ ਪੁੱਤ, ਉਹ ਕਾਰ ਪਾਣੀ ਤੇ ਤੈਰਨ ਲੱਗੀ ਤੇ ਸਵਾਰੀਆਂ ਸੁਰੱਖਿਅਤ ਹੈ ਨਾ। ਕਮਾਲ ਦੀ ਗੱਲ, ਕਾਰ 'ਚ ਲੱਗੇ ਸੈਂਸਰ ਨੇ ਸਥਿਤੀ ਨੂੰ ਭਾਂਪ ਲਿਆ। ਇਸ ਤੋਂ ਇਲਾਵਾ ਆਵਾਜ਼ ਨੂੰ ਪਛਾਣਨ ਵਾਲੇ ਸੈਂਸਰ ਵੀ ਹੁੰਦੇ ਨੇ ਜਿਹੜੇ ਸਿਗਨਲ ਰਿਸੀਵ ਕਰਦੇ ਨੇ। ਹੋ ਸਕਦਾ ਹੈ ਕਿ ਡਰਾਈਵਰ ਨੇ ਆਵਾਜ਼ ਲਗਾਈ ਹੋਵੇ ਕਿ ਪਾਣੀ 'ਚ ਡੁੱਬ ਰਹੇ ਹਾਂ। ਇਸ ਸਥਿਤੀ 'ਚ ਕਾਰ 'ਚ ਲੱਗਿਆ ਸਿਸਟਮ ਕੰਮ ਕਰਨ ਲੱਗ ਜਾਂਦਾ ਹੈ। ਵਾਹ ਵਾਹ, ਕਿੰਨੇ ਹੁਸ਼ਿਆਰ ਹੋ ਗੁਰਵਿੰਦਰ ਵੀਰ। ਭਾਬੀ ਜੀ, ਇਹ ਕਮਾਲ ਸੀ ਬਣਾਉਟੀ ਬੌਧਿਕਤਾ ਦਾ, ਮੇਰਾ ਮਤਲਬ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ। ਹੁਣ ਸਮਝ 'ਚ ਆਇਆ ਕਿ ਕਿਸ ਦੀ ਗੱਲ ਕਰ ਰਹੇ ਹੋ। ਆਰਟੀਫੀਸ਼ੀਅਲ ਇੰਟੈਲੀਜੈਂਸ ਇੱਥੇ ਵੀ ਆਪਣਾ ਦਖਲ ਦੇਣ ਪਹੁੰਚ ਗਈ। ਤੁਹਾਡੀ ਕਹਾਣੀ ਵੀ ਨਾ ਮਨੋਕਲਪਿਤ, ਕਿਤੇ ਵੀ ਕੋਈ ਸੱਚਾਈ ਨਹੀਂ। ਭਾਬੀ ਜੀ, ਅੱਜ ਦੀ ਨਵੀਂ ਪੀੜ੍ਹੀ ਵੀ ਅਜਿਹਾ ਸੋਚੇਗੀ ਤਾਂ ਕੀ ਹੋਏਗਾ? ਜਿਸ AI ਮਤਲਬ ਬਣਾਉਟੀ ਬੌਧਿਕਤਾ ਦੀ ਗੱਲ ਅਸੀਂ ਕਰ ਰਹੇ ਹਾਂ, ਉਹ ਇੱਕ ਹਕੀਕਤ ਹੈ। ਅਰਮਾਨ ਨੂੰ ਤਾਂ ਭਾਬੀ ਜੀ ਹੀ ਸਮਝਾ ਸਕਦੇ ਨੇ। ਹੁਣ ਗੁਰਵਿੰਦਰ, ਇਸ ਮਾਮਲੇ 'ਚ ਮੈਂ ਤੁਹਾਡੀ ਕੋਈ ਸਹਾਇਤਾ ਨਹੀਂ ਕਰ ਸਕਦੀ। ਅੱਛਾ, ਇਹ ਜ਼ਿੰਮੇਵਾਰੀ ਫਿਰ ਮੈਂ ਹੀ ਲੈਣਾ, ਪਰ ਅਜੇ ਨਹੀਂ। ਹੁਣ ਮੈਂ ਜਾਣਾ ਚਾਹਾਂਗਾ, ਇੱਕ ਜ਼ਰੂਰੀ ਕੰਮ ਯਾਦ ਆ ਗਿਆ। ਚੰਗਾ ਬਈ, ਆਉਣ ਵਾਲੇ ਐਤਵਾਰ ਨੂੰ ਨਵੀਆਂ ਕਹਾਣੀਆਂ ਦੇ ਨਾਲ ਫੇਰ ਆਵਾਂਗਾ, ਠੀਕ ਹੈ? ਓਕੇ। ਮਤਲਬ ਨਿਰੀ ਕਲਪਨਾ, ਕਿਤੇ ਕੋਈ ਸੱਚਾਈ ਨਹੀਂ? ਇਹ ਤਾਂ ਅਗਲੀ ਵਾਰ ਦੱਸਾਂਗਾ। ਚੰਗਾ ਅਰਮਾਨ, ਮੈਂ ਚੱਲਦਾ। ਬਾਏ ਬਾਏ। ਚੰਗਾ ਭਾਬੀ ਜੀ, ਬਾਏ ਬਾਏ ਅੰਕਲ, ਟੇਕ ਕੇਅਰ। ਇਸ ਟਰੱਕ ਨੂੰ ਤਾਂ ਇਸ ਸੜਕ ਤੇ ਆਉਣਾ ਹੀ ਨਹੀਂ ਚਾਹੀਦਾ ਸੀ। ਇੰਨੀ ਤੰਗ ਸੜਕ ਹੈ, ਨਾਲੇ ਵੈਸੇ ਵੀ ਟਰੱਕਾਂ ਲਈ ਮਨਾ ਵਾ। ਉਹ ਵੇਖੋ ਸਾਹਮਣੇ ਕਿੱਡਾ ਵੱਡਾ ਬੋਰਡ ਲੱਗਾ ਹੋਇਆ। ਹੋ ਸਕਦਾ ਉਹ ਠੇਕੇਦਾਰ ਲੈ ਕੇ ਆਇਆ ਹੋਵੇ। ਕਿਹੜਾ ਠੇਕੇਦਾਰ? ਉਹ ਜਿਹੜਾ ਮੈਦਾਨ ਦੇ ਪਰਲੇ ਪਾਸੇ ਉੱਚੀ ਬਿਲਡਿੰਗ ਬਣਾ ਰਿਹਾ। ਉਹ ਪਹਿਲਾਂ ਇਹਨੂੰ ਵੇਖੋ, ਇਹ ਮੋਟਰਸਾਈਕਲ ਵਾਲੇ ਨੂੰ ਕਿੰਨੀ ਸੱਟ ਵੱਜੀ ਹੈ। ਮੈਂ ਐਂਬੂਲੈਂਸ ਨੂੰ ਫੋਨ ਕਰ ਦਿੱਤਾ ਹੈ, ਛੇਤੀ ਪਹੁੰਚਣ ਵਾਲੀ ਆ। ਅੱਛਾ, ਪਰ ਹੋਇਆ ਕੀ ਸੀ? ਕਿ ਟਰੱਕ ਡਰਾਈਵਰ ਤੋਂ ਸੰਤੁਲਨ ਵਿਗੜ ਗਿਆ ਸੀ? ਤੁਸੀਂ ਮੋਟਰਸਾਈਕਲ ਸਵਾਰ ਨੂੰ ਵੀ ਨਿਰਦੋਸ਼ ਨਹੀਂ ਆਖ ਸਕਦੇ। ਅੱਜ ਕੱਲ ਦੇ ਨੌਜਵਾਨ ਇੰਨੀ ਲਾਪਰਵਾਹੀ ਨਾ ਮੋਟਰਸਾਈਕਲ ਚਲਾਉਂਦੇ, ਪੁੱਛੋ ਹੀ ਕੁਝ ਨਾ। ਉਹ ਨਾਲੇ ਸਾਡੇ 'ਚ ਦੁਰਘਟਨਾ ਸਮੇਂ ਕੋਈ ਵੀ ਨਹੀਂ ਸੀ ਇੱਥੇ। ਦੁਪਹਿਰ ਦਾ ਸਮਾਂ ਹੋਣ ਕਰਕੇ ਸਾਰੀਆਂ ਦੁਕਾਨਾਂ ਬੰਦ ਸੀ। ਟਰੱਕ ਡਰਾਈਵਰ ਕਿੱਥੇ ਆ? ਡਰਾਈਵਰ ਤੇ ਉਸ ਦਾ ਸਹਾਇਕ ਦੋਵੇਂ ਭੱਜ ਗਏ। ਠੇਕੇਦਾਰ ਨੂੰ ਵੀ ਫੋਨ ਕੀਤਾ ਸੀ, ਪਰ ਉਸ ਦਾ ਵੀ ਫੋਨ ਬੰਦ ਆ। ਚੰਗਾ, ਇਹ ਗੱਲ ਹੈ, ਪਰ ਪੁਲਿਸ ਨੂੰ ਤਾਂ ਸੂਚਿਤ ਕਰਨਾ ਚਾਹੀਦਾ ਸੀ ਨਾ। ਪੁਲਿਸ ਇਹਦੀ ਰਿਪੋਰਟ ਲਿਖੇ ਜਿਸ ਦੇ ਨਾਲ ਅੱਗੇ ਕਾਰਵਾਈ ਹੋ ਸਕੇ। ਤੂੰ ਸਹੀ ਕਿਹਾ। ਵੇਖੋ ਵੇਖੋ, ਉਹ ਉਧਰ ਪੁਲਿਸ ਹੀ ਆ ਰਹੀ ਹੈ। ਹਾਂ, ਹਟੋ ਇੱਕ ਪਾਸੇ ਹਟੋ। ਮੈਨੂੰ ਵੇਖਣ ਦਿਓ ਹੁਣ ਕੀ ਸਥਿਤੀ ਹੈ। ਸਾਹਿਬ ਬਹਾਦਰ, ਇੱਧਰ ਆਓ। ਆ ਵੇਖੋ ਕਿੰਨਾ ਖੂਨ ਨਿਕਲ ਰਿਹਾ ਇਹਦਾ। ਓਏ, ਕਿਸੇ ਨੇ ਐਂਬੂਲੈਂਸ ਨੂੰ ਕਾਲ ਕੀਤਾ? ਹਾਂਜੀ, ਮੈਂ ਫੋਨ ਕਰਤਾ ਸੀ ਜੀ, ਆ ਰਹੀ ਹੋਏਗੀ ਸਰ। ਤੇਰਾ ਨਾਂ ਕੀ ਹੈ? ਸਰ, ਮੈਂ ਇਸੇ ਕਲੋਨੀ ਦਾ ਨਿਵਾਸੀ ਹਾਂ। ਦੁਰਘਟਨਾ ਦੀ ਤੇਜ਼ ਆਵਾਜ਼ ਸੁਣ ਕੇ ਅਸੀਂ ਇੱਥੇ ਆ ਗਏ ਸੀ ਸਾਰੇ ਜਣੇ। ਇਹ ਜ਼ਖਮੀ ਵਿਅਕਤੀ ਦਰਦ ਨਾਲ ਵਿਲਖ ਰਿਹਾ ਸੀ। ਇਹਦੀ ਸਿਸਕਣ ਦੀ ਆਵਾਜ਼ ਨਾਲ ਅਸੀਂ ਇੱਥੇ। ਸਮਝ ਗਿਆ। ਇਸ ਮੁੰਡੇ ਨੂੰ ਤੁਰੰਤ ਇਲਾਜ ਦੀ ਲੋੜ ਹੈ।
ਚੰਗਾ ਇਹੀ ਹੋਵੇਗਾ ਕਿ ਬਿਨਾਂ ਦੇਰੀ ਕੀਤੇ ਮੈਂ ਪੁਲਿਸ ਦੀ ਗੱਡੀ ਰਾਹੀਂ ਇਸ ਨੂੰ ਹਸਪਤਾਲ ਲੈ ਜਾਵਾਂ। ਘਟਨਾ ਨਾਲ ਸੰਬੰਧਿਤ ਜਾਣਕਾਰੀ ਲੈਣ ਅਤੇ ਰਿਪੋਰਟ ਬਣਾਉਣ ਲਈ ਮੈਂ ਬਾਅਦ ਚ ਆਊਂਗਾ। ਹਾਂ ਸਾਹਿਬ, ਇਹੀ ਠੀਕ ਰਹੇਗਾ। ਅਸੀਂ ਤੁਹਾਨੂੰ ਸਾਰੇ ਇੱਥੇ ਹੀ ਮਿਲਾਂਗੇ। ਠੀਕ ਹੈ ਹਵਲਦਾਰ, ਆ ਮੁੰਡੇ ਨੂੰ ਗੱਡੀ 'ਚ ਪਾ। ਇਸ ਦੀ ਜਾਨ ਬਚਾਉਣ ਨੂੰ ਸਾਨੂੰ ਇਸ ਤੇ ਵਗਦੇ ਖੂਨ ਨੂੰ ਰੋਕਣਾ ਹੋਵੇਗਾ। ਸਹਿਯੋਗ ਦੇਣ ਲਈ ਧੰਨਵਾਦ। ਸ਼ਾਮ ਨੂੰ ਫਿਰ ਮਿਲਦੇ ਹਾਂ। ਠੀਕ ਹੈ ਜੀ, ਚੰਗਾ ਜੀ। ਪਾਪਾ ਕੀ ਹੋਇਆ? ਬਹੁਤ ਤੇਜ਼ ਆਵਾਜ਼ ਆਈ ਸੀ। ਹਾਂ ਬੇਟਾ, ਇੱਕ ਮੋਟਰਸਾਈਕਲ ਸਵਾਰ ਨੂੰ ਟਰੱਕ ਨੇ ਟੱਕਰ ਮਾਰਤੀ। ਅਰਮਾਨ, ਆਪਣੀ ਮਾਂ ਨੂੰ ਆਖਣਾ ਇੱਕ ਗਲਾਸ ਪਾਣੀ ਲੈ ਕੇ ਆਵੇ। ਪਹਿਲਾਂ ਤੁਸੀਂ ਆਰਾਮ ਨਾਲ ਬੈਠ ਜਾਓ, ਮੈਂ ਪਾਣੀ ਲੈ ਕੇ ਆਉਣੀ। ਬੇਟਾ ਅਰਮਾਨ, ਹੌਲੀ ਹੌਲੀ ਸਾਰੇ ਗੈਰ ਜ਼ਿੰਮੇਵਾਰ ਹੁੰਦੇ ਜਾ ਰਹੇ ਨੇ। ਕਿਤੇ ਕੋਈ ਅਨੁਸ਼ਾਸਨ ਦੀ ਗੱਲ ਹੀ ਨਹੀਂ ਕਰਦਾ। ਮੈਨੂੰ ਡਰ ਲੱਗਦਾ ਕਿ ਤੁਹਾਡੀ ਪੀੜ੍ਹੀ ਦੇ ਲੋਕ ਇੰਨੀ ਕਾਹਲੀ 'ਚ ਕਿਉਂ ਰਹਿੰਦੇ ਨੇ। ਜੀ ਪਾਣੀ, ਮੈਂ ਵੀ ਸੋਚ 'ਚ ਹੀ ਪਈ ਸੀ ਕਿ ਗਲੀ 'ਚ ਕੀ ਹੋ ਰਿਹਾ। ਆ ਪਾਣੀ ਰੱਖਿਆ। ਹੁਣ ਥੋੜੀ ਜਾਨ ਆਈ ਹੈ। ਇਹ ਪਾਣੀ ਕਿਸੇ ਅੰਮ੍ਰਿਤ ਤੋਂ ਘੱਟ ਨਹੀਂ ਮੇਰੇ ਲਈ ਇਸ ਵੇਲੇ। ਅੱਛਾ, ਦੁਰਘਟਨਾ ਹੋ ਗਈ ਸੀ ਉੱਥੇ? ਹਾਏ ਰੱਬਾ, ਕਿੰਨੀ ਭਿਆਨਕ ਸੱਟ ਲੱਗੀ ਸੀ ਉਹਨੂੰ। ਅਮਨ, ਉਹ ਮੁੰਡਾ ਤਾਂ ਖੂਨ ਨਾਲ ਲੱਥਪੱਥ ਹੋ ਗਿਆ ਸੀ। ਇੰਨਾ ਖੂਨ ਨਿਕਲਿਆ, ਇੰਨਾ ਖੂਨ ਨਿਕਲਿਆ। ਪਰ ਪੁਲਿਸ ਵਾਲਾ ਇੱਕ ਦਿਆਲੂ ਬੰਦਾ ਸੀ ਜਿਹੜਾ ਉਸ ਨੂੰ ਤੁਰੰਤ ਹਸਪਤਾਲ ਲੈ ਗਿਆ। ਉਹ ਵੀ ਆਪਣੀ ਪੁਲਿਸ ਦੀ ਜੀਪ ਤੇ। ਪਾਪਾ, ਇਹ ਐਕਸੀਡੈਂਟ ਕਿਉਂ ਹੁੰਦੇ ਨੇ? ਬੇਟਾ, ਐਕਸੀਡੈਂਟ ਤਾਂ ਹੁੰਦੇ ਨੇ ਕਿ ਗੱਡੀ ਚਲਾਉਣ ਵਾਲੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਤੇ ਕੁਝ ਤਾਂ ਅਜਿਹੇ ਨੇ ਜਿਨ੍ਹਾਂ ਨੂੰ ਦੂਸਰਿਆਂ ਦੇ ਜੀਵਨ ਦੀ ਕੋਈ ਪਰਵਾਹ ਹੀ ਨਹੀਂ। ਪਾਪਾ, ਕੀ ਅਸੀਂ ਵਾਹਨਾਂ ਨੂੰ ਇਸ ਤਰੀਕੇ ਦਾ ਨਹੀਂ ਬਣਾ ਸਕਦੇ ਕਿ ਜ਼ਰੂਰਤ ਪੈਣ 'ਤੇ ਪਰਿਸਥਿਤੀ ਨੂੰ ਭਾਂਭਦੇ ਹੋਏ ਉਹ ਖੁਦ ਲੋੜੀਂਦਾ ਵਿਵਹਾਰ ਕਰਨ ਲੱਗ ਪੈਣ? ਅਮਨ, ਦੱਸੋ। ਇਹ ਮੈਂ ਕੀ ਸੁਣ ਰਿਹਾ? ਕੀ ਇਹ ਸਾਡਾ ਉਹੀ ਅਰਮਾਨ ਹੈ ਜਾਂ ਕੋਈ ਦਾਰਸ਼ਨਿਕ ਹੈ? ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ? ਇਹ ਵੀ ਕੱਲ ਦੀ ਘਟਨਾ ਦਾ ਹੀ ਨਤੀਜਾ ਹੈ। ਕੱਲ ਦੀ ਘਟਨਾ? ਮੈਂ ਕੁਝ ਸਮਝਿਆ ਨਹੀਂ। ਕਿ ਇਹ ਬਨੌਟੀ ਬੌਧਿਕਤਾ, ਮੇਰਾ ਮਤਲਬ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਕੋਈ ਆਨਲਾਈਨ ਕੋਰਸ ਕਰ ਰਿਹਾ ਜਾਂ ਫਿਰ ਸਕੂਲ ਦੀ ਲਾਇਬ੍ਰੇਰੀ ਤੋਂ ਕੋਈ ਪੁਸਤਕ ਲੈ ਕੇ ਪੜ੍ਹ ਰਿਹਾ? ਇਹਨਾਂ 'ਚੋਂ ਕੋਈ ਵੀ ਨਹੀਂ। ਕੱਲ ਗੁਰਵਿੰਦਰ ਆਇਆ ਸੀ। ਅੱਛਾ। ਤੇ ਤੁਹਾਨੂੰ ਤਾਂ ਪਤਾ ਹੀ ਆ ਕਿ ਅਰਮਾਨ ਉਸ ਦਾ ਕਿੰਨਾ ਲਾਡਲਾ ਹੈ। ਦੋਵਾਂ ਨੇ ਸਮਾਰਟ ਕਾਰ ਤੇ ਬਹੁਤ ਗੱਲਾਂ ਕੀਤੀਆਂ। ਮੰਮੀ, ਉਹ ਤਾਂ ਸਭ ਵਿਗਿਆਨ ਗਲਪ ਦੀਆਂ ਕਹਾਣੀਆਂ ਸਨ। ਮਨ ਘੜਤ, ਕਾਲਪਨਿਕ, ਕਿਤੇ ਕੋਈ ਸੱਚਾਈ ਨਹੀਂ। ਹਾਂ, ਇਹ ਤਾਂ ਸਹੀ ਹੈ। ਗੁਰਵਿੰਦਰ ਤੇ ਅਰਮਾਨ ਦੀ ਆਪਣੀ ਆਪਣੀ ਰਾਏ ਹੈ। ਅਰਮਾਨ ਮੰਨਦਾ ਹੈ ਕਿ ਇਹ ਸਭ ਮਨ ਦੀ ਕਲਪਨਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਕੋਈ ਗੱਲ ਨਹੀਂ। ਮੰਮੀ ਸੁਣੋ, ਘੱਟੋ ਘੱਟ ਸਾਨੂੰ ਇਹ ਤਾਂ ਪਤਾ ਲੱਗੇ ਕਿ ਅੱਗੇ ਸੜਕ ਤੇ ਕਿੰਨਾ ਟ੍ਰੈਫਿਕ ਹੈ। ਇਹ ਤਾਂ ਅੱਜ ਕੱਲ੍ਹ ਕੋਈ ਵੱਡੀ ਗੱਲ ਨਹੀਂ ਹੈ। ਇਹ ਐਪਸ ਤਾਂ ਪੂਲ ਵਾਲੀਆਂ ਕਾਰਾਂ 'ਚ, ਟੈਕਸੀ, ਆਟੋ ਤੇ ਬਹੁਤ ਸਾਰੇ ਨਿੱਜੀ ਵਾਹਨਾਂ 'ਚ ਮਿਲ ਜਾਣਗੇ। ਬ੍ਰਹਿਮੰਡ 'ਚ ਉਪਗ੍ਰਹਿਾਂ ਦੀ ਮਦਦ ਨਾਲ GPS ਸਿਸਟਮ ਬਹੁਤ ਆਰਾਮ ਨਾਲ ਸਕਰੀਨ ਤੇ ਵਾਹਨਾਂ ਦੀ ਤੇ ਟ੍ਰੈਫਿਕ ਦੀ ਸਥਿਤੀ ਦੱਸ ਦਿੰਦਾ ਹੈ। ਉਹਦੇ ਅਨੁਸਾਰ ਅਸੀਂ ਆਪਣਾ ਰਸਤਾ ਤੈਅ ਕਰ ਸਕਦੇ ਹਾਂ। ਤੇ ਫਿਰ ਉਹ ਆਖੇਗਾ 500 ਮੀਟਰ ਅੱਗੇ ਖੱਬੇ ਲੈ ਲਓ ਤੇ ਥੋੜੀ ਦੇਰ ਬਾਅਦ ਫੀਡ ਕੀਤੇ ਹੋਏ ਪਤੇ ਤੇ ਪਹੁੰਚ ਗਏ। ਹੋ ਸਕਦਾ ਹੈ ਕਿ ਕਾਰ ਆਪਣੇ ਆਪ ਨਿਰਧਾਰਿਤ ਸਥਾਨ ਤੇ ਪਹੁੰਚ ਜਾਵੇ ਤੇ ਤੁਹਾਡਾ ਦਰਵਾਜ਼ਾ ਆਪਣੇ ਆਪ ਖੁੱਲ ਜਾਵੇ ਤੇ ਬੰਦ ਹੋ ਜਾਵੇ। ਹਾਂ ਅਰਮਾਨ, ਇਹ ਸਭ ਸੰਭਵ ਹੈ। ਬਹੁਤ ਸਾਰੀਆਂ ਕੰਪਨੀਆਂ ਸਮਾਰਟ ਕਾਰਾਂ ਦੇ ਨਿਰਮਾਣ 'ਚ ਲੱਗੀਆਂ ਹੋਈਆਂ ਨੇ ਤੇ ਹਾਂ, ਕੁਝ ਕੁ ਤਾਂ ਸਫਲ ਵੀ ਰਹੀਆਂ ਨੇ। ਅੱਗੇ ਵੇਖੋ ਕੀ ਹੁੰਦਾ ਹੈ। ਅਰਮਾਨ ਹੁਣ ਹੌਲੀ-ਹੌਲੀ ਸਮਝ ਰਿਹਾ। ਨਵੀਂ ਪੀੜ੍ਹੀ ਦੀਆਂ ਇਹ ਕਾਰਾਂ ਕੋਈ ਸੁਪਨਾ ਨਹੀਂ, ਬਲਕਿ ਹਕੀਕਤ ਹੋਣ ਜਾ ਰਹੀਆਂ ਨੇ। ਨਹੀਂ, ਤੁਸੀਂ ਅਜਿਹਾ ਨਹੀਂ ਕਹਿ ਸਕਦੇ। ਮੈਂ ਚਾਹੁੰਦਾ ਕਿ ਇਹ ਕਾਰਾਂ ਆਪਣੇ ਆਪ ਨੂੰ ਦੁਰਘਟਨਾ ਹੋਣ ਤੋਂ ਕਿਵੇਂ ਬਚਾਉਣ, ਜਿਵੇਂ ਕਿ ਅੱਜ ਵਾਲੀ ਦੁਰਘਟਨਾ। ਹਾਂ, ਕੰਮ ਦੀ ਗੱਲ ਤਾਂ ਹੁਣ ਆਈ ਹੈ। ਦੁਰਘਟਨਾ ਨਹੀਂ ਹੋਣੀ ਚਾਹੀਦੀ। ਉਹ ਤਾਂ ਉਦੋਂ ਹੀ ਸੰਭਵ ਹੈ
ਜਦੋਂ ਸੜਕ ਤੇ ਚੱਲਣ ਵਾਲੇ ਸਾਰੇ ਸਾਈਕਲ ਸਵਾਰ, ਮੋਟਰਸਾਈਕਲ ਸਵਾਰ, ਟਰੱਕ ਤੇ ਕਾਰ ਡਰਾਈਵਰ ਸਾਰੇ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨ। ਤੁਸੀਂ ਆਖਣਾ ਚਾਹੁੰਦੇ ਹੋ ਕਿ ਪੈਦਲ ਯਾਤਰੀ ਜਿਹੜਾ ਨਿਯਮਾਂ ਦੀ ਪਾਲਣਾ ਨਹੀਂ ਕਰ ਰਿਹਾ, ਸਮਾਰਟ ਕਾਰ ਉਸ ਨੂੰ ਵੀ ਟੱਕਰ ਮਾਰ ਸਕਦੀ ਹੈ, ਇੱਥੋਂ ਤੱਕ ਕਿ ਜੇਕਰ ਉਹ ਜ਼ੈਬਰਾ ਕ੍ਰਾਸਿੰਗ ਤੋਂ ਦੂਰ ਹੋਵੇ। ਨਵੰਬਰ ਦੇ ਅੰਤ 'ਚ ਅਮਰੀਕਾ ਦੇ ਐਰੀਜ਼ੋਨਾ ਰਾਜ 'ਚ ਇੱਕ ਇਹੋ ਜਿਹੀ ਘਟਨਾ ਘਟੀ ਸੀ। ਸਵੈ ਨਿਯੰਤਰਿਤ ਸਮਾਰਟ ਕਾਰ ਇੱਕ ਪੈਦਲ ਚੱਲ ਰਹੀ ਔਰਤ ਨਾਲ ਜਾ ਟਕਰਾਈ। ਹਾਲਾਂਕਿ ਉਹ ਔਰਤ ਪੈਦਲ ਯਾਤਰੀਆਂ ਦੇ ਲਈ ਨਿਰਧਾਰਤ ਮਾਰਗ ਤੇ ਹੀ ਚੱਲ ਰਹੀ ਸੀ। ਪਾਪਾ, ਕੀ ਉਸ ਦੀ ਮੌਤ ਹੋ ਗਈ? ਹਾਂ, ਇਹ ਉਹਦੀ ਬਦਕਿਸਮਤੀ ਰਹੀ। ਉਹ ਸਮਾਰਟ ਕਾਰ 'ਚ ਪੈਦਲ ਪਥ ਦੇ ਲਈ ਕੋਈ ਪ੍ਰਾਵਧਾਨ ਨਹੀਂ ਕੀਤਾ ਗਿਆ ਸੀ। ਹਾਲਾਂਕਿ ਕਾਰ ਨੇ ਬ੍ਰੇਕ ਵੀ ਲਗਾਏ, ਪਰ ਸਿਰਫ 1.3 ਸਕਿੰਟ ਪਹਿਲਾਂ, ਜਿਹੜਾ ਕਿ ਦੁਰਘਟਨਾ ਰੋਕਣ ਦੇ ਲਈ ਸਹੀ ਨਹੀਂ ਸੀ। ਬਹੁਤ ਦੁੱਖ ਦੀ ਗੱਲ ਹੈ। ਇਸ ਪ੍ਰਕਾਰ ਦੀ ਘਟਨਾ ਦੇ ਬਾਅਦ ਤਾਂ ਲੋਕਾਂ ਨੇ ਉਹ ਗੱਡੀ ਲੈਣਾ ਹੀ ਛੱਡ ਦਿੱਤਾ ਹੋਵੇਗਾ। ਮੈਨੂੰ ਉਹਦਾ ਤਾਂ ਪਤਾ ਨਹੀਂ, ਪਰ ਦੁਰਘਟਨਾ ਦੇ ਕੁਝ ਸਮੇਂ ਬਾਅਦ ਕਾਰ ਪੂਲ ਚਲਾਉਣ ਵਾਲੀਆਂ ਕੰਪਨੀਆਂ ਨੇ ਦੱਸਿਆ ਕਿ ਕਾਰ 'ਚ ਜ਼ਰੂਰੀ ਤਕਨੀਕੀ ਸੁਧਾਰ ਕਰ ਲਿਆ ਗਿਆ ਹੈ। ਕਿਸ ਪ੍ਰਕਾਰ ਦੇ ਸੁਧਾਰ? ਮੈਂ ਤੁਹਾਨੂੰ ਸਹੀ ਸਥਿਤੀ ਤਾਂ ਨਹੀਂ ਦੱਸ ਸਕਦਾ ਕਿ ਕੀ ਬਦਲਾਵ ਕੀਤੇ ਗਏ ਨੇ, ਪਰ ਕਾਰ ਦੇ ਪ੍ਰੋਗਰਾਮ 'ਚ ਇਸ ਪ੍ਰਕਾਰ ਦੇ ਪਰਿਵਰਤਨ ਜ਼ਰੂਰ ਕੀਤੇ ਗਏ ਹੋਣਗੇ ਜਿਸ ਨਾਲ ਚੱਲਦੇ ਸਮੇਂ ਸੈਂਸਰ ਤੋਂ ਪਤਾ ਲੱਗ ਸਕੇ ਕਿ ਜ਼ੈਬਰਾ ਕ੍ਰਾਸਿੰਗ ਨੂੰ ਕੋਈ ਪੈਦਲ ਯਾਤਰੀ ਪਾਰ ਤਾਂ ਨਹੀਂ ਕਰ ਰਿਹਾ। ਪਰ ਪਾਪਾ, ਇੱਕ ਗੱਲ ਹੈ। ਅਰਮਾਨ, ਹੁਣ ਹੋਰ ਕੋਈ ਚਰਚਾ ਨਹੀਂ, ਪਹਿਲਾਂ ਆਪਣਾ ਹੋਮਵਰਕ ਪੂਰਾ ਕਰੋ। ਇਸ ਐਤਵਾਰ ਨੂੰ ਅਸੀਂ ਸਾਰੇ ਤੁਹਾਡੇ ਗੁਰਵਿੰਦਰ ਚਾਚਾ ਨਾਲ ਪਿਕਨਿਕ ਤੇ ਜਾ ਰਹੇ ਹਾਂ। ਉੱਥੇ ਉਹਨਾਂ ਨਾਲ ਇਸ ਵਿਸ਼ੇ ਤੇ ਭਰਪੂਰ ਗੱਲਾਂ ਕਰਨਾ, ਉਹ ਸਾਰੀਆਂ ਚੀਜ਼ਾਂ ਸਮਝਾ ਦੇਣਗੇ, ਠੀਕ ਹੈ? ਤੁਹਾਡੀ ਮੰਮੀ ਸਹੀ ਆਖ ਰਹੀ ਹੈ। ਪਹਿਲਾਂ ਪੜ੍ਹਾਈ, ਉਸ ਤੋਂ ਬਾਅਦ ਕੁਝ ਹੋਰ। ਮੈਂ ਵੀ ਥੋੜ੍ਹਾ ਆਰਾਮ ਕਰਨਾ ਚਾਹ ਰਿਹਾ। ਥੋੜ੍ਹੀ ਦੇਰ ਬਾਅਦ ਫਿਰ ਪੁਲਿਸ ਅਧਿਕਾਰੀ ਪੁੱਛਗਿੱਛ ਤੇ ਇਨਕੁਆਇਰੀ ਕਰਨ ਲਈ ਆ ਜਾਣਗੇ। ਮੇਰਾ ਉੱਥੇ ਵੀ ਹੋਣਾ ਜ਼ਰੂਰੀ ਹੈ ਨਾ। ਸੁਣ ਲਿਆ ਬੇਟੇ, ਤੁਹਾਡੇ ਪਾਪਾ ਨੇ ਕੀ ਕਿਹਾ? ਚਲੋ ਜਾਓ, ਦੋਵੇਂ ਆਪਣੇ ਆਪਣੇ ਕਮਰੇ 'ਚ ਜਾਓ ਤੇ ਤੁਸੀਂ ਆਪਣੀ ਪੜ੍ਹਾਈ ਕਰੋ ਜਾ ਕੇ। ਠੀਕ ਹੈ, ਚੰਗਾ ਮੰਮੀ। ਬਾਏ ਪਾਪਾ। ਓਕੇ ਬੇਟਾ। ਓਕੇ ਬੇਟਾ, ਬਾਏ। ਰਜਿੰਦਰ ਜੀ ਪਹਿਲਾਂ ਪਾਣੀ ਦੇਣਾ, ਪਿਆਸ ਲੱਗੀ ਹੈ। ਲਓ ਜੀ, ਹੁਣੇ ਲੈ ਆ। ਲੱਗਦਾ ਹੈ ਗੁਰਵਿੰਦਰ ਤੁਸੀਂ ਪਹਿਲਾਂ ਵੀ ਇੱਥੇ ਕਈ ਵਾਰ ਆਉਂਦੇ ਰਹਿੰਦੇ ਹੋ। ਮਹੀਨੇ 'ਚ ਇੱਕ ਚੱਕਰ ਤਾਂ ਲੱਗ ਹੀ ਜਾਂਦਾ ਭਾਬੀ ਜੀ। ਇਹਨਾਂ ਦੇ ਢਾਬੇ ਦਾ ਲੇਆਊਟ ਇੰਨਾ ਆਕਰਸ਼ਿਤ ਤਾਂ ਨਹੀਂ ਕਰਦਾ, ਪਰ ਬਹੁਤ ਮਹਿੰਗਾ ਨਹੀਂ ਹੈ। ਖਾਣੇ ਦਾ ਤਾਂ ਸਵਾਦ ਕਮਾਲ ਹੈ। ਲਓ ਗੁਰਵਿੰਦਰ ਵੀਰ ਜੀ, ਆ ਲਓ ਪਾਣੀ। ਅੱਜ ਖਾਣੇ 'ਚ ਕੀ ਲੈਣਾ ਪਸੰਦ ਕਰੋਗੇ? ਤੁਹਾਡੇ ਕੋਲ ਖਾਣ ਦੀ ਜਿਹੜੀ ਚੀਜ਼ ਸਭ ਤੋਂ ਚੰਗੀ ਹੈ, ਪਰ ਮੇਰੇ ਭਤੀਜੇ ਨੂੰ ਜੇਕਰ ਬਟਰ ਸਕਾਚ ਆਈਸਕ੍ਰੀਮ ਨਹੀਂ ਮਿਲੀ ਤਾਂ ਸਭ ਬੇਕਾਰ ਹੈ। ਕਿਉਂ ਬਈ? ਇਸ ਲਈ ਇਸ ਦਾ ਪੂਰਾ ਧਿਆਨ ਰੱਖੋ। ਬਿਲਕੁਲ ਬਿਲਕੁਲ ਗੁਰਵਿੰਦਰ ਭਾਜੀ, ਪਰ ਥੋੜਾ ਜਿਹਾ ਟਾਈਮ ਦਿਓ, ਮੈਂ ਸਾਰੀਆਂ ਚੀਜ਼ਾਂ ਹਾਜ਼ਰ ਕਰ ਦਿੰਦਾ। ਭਾਈ ਮੈਨੂੰ ਨਹੀਂ ਲੱਗਦਾ ਕਿ ਆਈਸਕ੍ਰੀਮ ਇੱਕ ਸਮਾਰਟ ਕਾਰ ਦੀ ਥਾਂ ਲੈ ਸਕਦੀ ਹੈ। ਮੈਂ ਸਮਝਿਆ ਨਹੀਂ। ਸਹੀ ਕਿਹਾ ਪਾਪਾ ਨੇ। ਹੁਣ ਗੇਂਦ ਹੈ ਗੁਰਵਿੰਦਰ ਚਾਚਾ ਜੀ ਦੇ ਪਾਲੇ 'ਚ। ਸਮਝਿਆ? ਅਰਮਾਨ ਵੀ ਜਾਣ ਗਿਆ ਹੈ ਕਿ ਬਣਾਉਟੀ ਬੌਧਿਕਤਾ ਹੁਣ ਕਾਰਾਂ ਨੂੰ ਸਮਾਰਟ ਰੂਪ ਦੇਣ ਦੀ ਦਿਸ਼ਾ 'ਚ ਅਗਰਸਰ ਹੈ। ਪਰ ਅਰਮਾਨ, ਅੱਜ ਤੂੰ ਕਿਉਂ ਬਿਲਕੁਲ ਚੁੱਪਚਾਪ ਬੈਠਾ ਰਿਹਾ ਹੈ? ਕੀ ਗੱਲ ਹੈ? ਉਹ ਸੋਚ ਰਿਹਾ ਹੈ ਕਿ ਸਮਾਰਟ ਕਾਰ ਦੁਰਘਟਨਾਵਾਂ ਨੂੰ ਪੂਰੀ ਤਰ੍ਹਾਂ ਕਿਉਂ ਨਹੀਂ ਰੋਕ ਸਕਦੀ। ਅੱਛਾ, ਇਹ ਗੱਲ ਹੈ। ਇਸੇ ਗੱਲ ਨੂੰ ਲੈ ਕੇ ਇੰਨਾ ਗੰਭੀਰ ਹੋ ਗਿਆ। ਵੇਖ ਅਰਮਾਨ, ਲਗਾਤਾਰ ਬਦਲਾਅ ਤੇ ਕ੍ਰਮਿਕ ਵਿਕਾਸ ਯਾਨੀ ਐਵੋਲੂਸ਼ਨ ਕੁਦਰਤੀ ਨਿਯਮ ਹੈ। ਸਵੈ ਚਾਲਿਤ ਆਟੋਮੈਟਿਕ ਕਾਰਾਂ ਦੀ ਵੀ ਇਹੀ ਹਾਲਤ ਹੈ। ਸਮੇਂ ਦੇ ਨਾਲ-ਨਾਲ ਇਹਨਾਂ 'ਚ ਵੀ ਸੁਧਾਰ ਹੋ ਰਹੇ ਨੇ। ਥੋੜਾ ਤੇ ਸਬਰ ਰੱਖੋ। ਅੰਕਲ, ਇਹ ਗੱਲ ਨਹੀਂ, ਮੇਰੀਆਂ ਇੱਛਾਵਾਂ ਕੁਝ ਜ਼ਿਆਦਾ ਹੀ ਹਨ। ਕਾਰ ਤਾਂ ਬਹੁਤ ਥੋੜੀ ਗੱਲ ਹੈ। ਇਸ 'ਚ ਪ੍ਰੋਗਰਾਮ ਦੇ ਦੁਆਰਾ ਪਾਈ ਗਈ ਮੈਮਰੀ ਦੀ ਵੀ ਆਪਣੀਆਂ ਸੀਮਾਵਾਂ ਹੁੰਦੀਆਂ ਹਨ। ਬਿਲਕੁਲ ਸਹੀ ਕਿਹਾ ਅਰਮਾਨ। ਸਾਰਾ ਸੰਸਾਰ ਇਸ ਉਡੀਕ 'ਚ ਹੈ ਕਿ ਕਦੋਂ ਸਵੈ ਚਾਲਿਤ ਕਾਰਾਂ ਦਾ ਪੂਰਨ ਤੌਰ ਤੇ ਵਿਕਸਿਤ ਮਾਡਲ ਆਵੇ। ਹੁਣ ਸੜਕ ਤੇ ਇੱਕ ਕਾਰ ਨਹੀਂ, ਬਲਕਿ ਸੈਂਕੜੇ ਕਾਰਾਂ ਹੁੰਦੀਆਂ ਨੇ ਜਿਹੜੀਆਂ ਕਲਾਊਡ ਕੰਪਿਊਟਿੰਗ ਦੇ ਮਾਧਿਅਮ ਨਾਲ ਇੱਕ ਦੂਜੇ ਦੇ ਸੰਪਰਕ 'ਚ ਹੁੰਦੀਆਂ ਨੇ। ਕਲਾਊਡ ਕੰਪਿਊਟਿੰਗ
ਯਾਨੀ ਓਏ ਅਰਮਾਨ, ਉੱਪਰ ਕੀ ਵੇਖ ਰਿਹਾ? ਇਹ ਵਰਖਾ ਵਾਲੇ ਬੱਦਲ ਨਹੀਂ ਜਿਨ੍ਹਾਂ ਦੀ ਗੱਲ ਤੁਹਾਡੇ ਚਾਚਾ ਜੀ ਕਰ ਰਹੇ ਨੇ। ਇਹ ਇੱਕ ਅਜਿਹਾ ਸੌਫਟਵੇਅਰ ਡਾਟਾ ਪਲੇਟਫਾਰਮ ਹੁੰਦਾ ਹੈ ਜਿਹਦੇ ਮਾਧਿਅਮ ਨਾਲ ਹਜ਼ਾਰਾਂ ਕਾਰਾਂ ਇੱਕ ਦੂਜੇ ਦੇ ਸੰਪਰਕ 'ਚ ਜੁੜੀਆਂ ਰਹਿੰਦੀਆਂ ਨੇ। ਕਿਉਂ, ਮੈਂ ਠੀਕ ਕਿਹਾ ਨਾ ਗੁਰਵਿੰਦਰ? ਬਿਲਕੁਲ ਸਹੀ ਕਿਹਾ ਵੀਰ ਜੀ, ਬਿਲਕੁਲ ਸਹੀ ਕਿਹਾ। ਕਲਾਊਡ ਕੰਪਿਊਟਿੰਗ ਇੱਕ ਵੱਡਾ ਤੇ ਪ੍ਰਭਾਵਸ਼ਾਲੀ ਸਿਸਟਮ ਹੈ ਜਿਸ ਦੁਆਰਾ ਸਮਾਰਟ ਤੇ ਸਵੈਚਾਲਿਤ ਕਾਰਾਂ ਨਿਯੰਤਰਿਤ ਹੁੰਦੀਆਂ ਨੇ। ਆਈਟੀ ਕੰਪਨੀਆਂ ਕਾਰ ਨਿਰਮਾਣ ਕੰਪਨੀਆਂ ਦੇ ਨਾਲ ਸਹਿਯੋਗ ਕਰ ਰਹੀਆਂ ਨੇ ਤਾਂ ਜੋ ਇਸ ਤਕਨੀਕ ਨੂੰ ਸਾਕਾਰ ਰੂਪ ਦਿੱਤਾ ਜਾ ਸਕੇ। ਅੱਛਾ ਗੁਰਵਿੰਦਰ, ਕੀ ਇਹਨਾਂ ਕਾਰਾਂ 'ਚ ਡਰਾਈਵਰ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੋਏਗੀ? ਹਾਂ ਅੰਕਲ, ਮੇਰਾ ਵੀ ਇਹੀ ਸਵਾਲ ਹੈ। ਹਾਏ, ਫਿਰ ਤਾਂ ਗਿਆਨ ਵੀਰੇ ਦੀ ਜ਼ਰੂਰਤ ਹੀ ਨਹੀਂ ਪਵੇਗੀ। ਇਹ ਗਿਆਨ ਵੀਰਾ ਕੌਣ ਹੈ ਬਈ? ਸਕੂਲ ਦੀ ਬੱਸ ਦਾ ਡਰਾਈਵਰ। ਅਰਮਾਨ ਉਸ ਨੂੰ ਬਹੁਤ ਪਸੰਦ ਕਰਦਾ ਹੈ। ਅੱਛਾ ਅੱਛਾ, ਇਹ ਗੱਲ ਹੈ। ਕੋਈ ਗੱਲ ਨਹੀਂ ਅਰਮਾਨ, ਗਿਆਨ ਵੀਰਾ ਆਪਣੇ ਕੰਮ ਨੂੰ ਜਾਰੀ ਰੱਖ ਸਕੇਗਾ। ਹਾਂ ਅਰਮਾਨ, ਉਹ ਵੀ ਤਾਂ ਥੱਕ ਸਕਦਾ ਹੈ। ਉਸ ਸਮੇਂ ਉਹ ਆਪਣੀ ਬੱਸ ਨੂੰ ਆਟੋ ਡਰਾਈਵ ਮੋਡ ਤੇ ਰੱਖ ਸਕਦਾ ਹੈ ਤੇ ਥੋੜੀ ਦੇਰ ਦੇ ਲਈ ਆਰਾਮ ਕਰ ਸਕਦਾ ਹੈ, ਪਰ ਬੱਸ ਉਸ ਦੇ ਕੰਟਰੋਲ 'ਚ ਹੋਏਗੀ ਤੇ ਉਸ ਦੇ ਅਧੀਨ ਰਹੇਗੀ। ਕੀ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਗਿਆਨਵੀਰ ਤੋਂ ਦਿਸ਼ਾ ਨਿਰਦੇਸ਼ ਲਵੇਗਾ? ਲੈ ਵੀ ਸਕਦਾ ਹੈ ਤੇ ਨਹੀਂ ਵੀ। ਇਹ ਸਭ ਪਰਿਸਥਿਤੀ ਤੇ ਸਿਸਟਮ ਤੇ ਨਿਰਭਰ ਕਰੇਗਾ। ਇਸ ਨੂੰ ਇਸ ਪ੍ਰਕਾਰ ਨਾਲ ਸੋਚੋ, ਜਦੋਂ ਕੋਈ ਕਾਰ ਚਲਾਉਣਾ ਸਿੱਖਦਾ ਹੈ ਤਾਂ ਉਹ ਸਟੀਅਰਿੰਗ ਨੂੰ ਕਦੇ ਖੱਬੇ ਤੇ ਕਦੇ ਸੱਜੇ ਪਾਸੇ ਘੁਮਾਉਂਦਾ ਹੈ ਨਾ, ਕਦੇ ਬ੍ਰੇਕ ਲਗਾਉਂਦਾ ਹੈ, ਕਦੇ ਸਪੀਡ ਨੂੰ ਘੱਟ ਜ਼ਿਆਦਾ ਕਰ ਦਿੰਦਾ ਹੈ। ਅਜਿਹੀ ਸਥਿਤੀ 'ਚ ਉਸ ਦੇ ਕੋਲ ਬੈਠਿਆ ਵਿਅਕਤੀ ਜਿਹੜਾ ਕਾਰ ਚਲਾਉਣਾ ਸਿਖਾ ਰਿਹਾ ਹੈ, ਉਹ ਗੱਡੀ ਨੂੰ ਆਪਣੇ ਨਿਯੰਤਰਣ 'ਚ ਲੈ ਲੈਂਦਾ ਹੈ ਤਾਂ ਜੋ ਕੋਈ ਦੁਰਘਟਨਾ ਨਾ ਹੋਵੇ। ਅੱਛਾ, ਹੁਣ ਸਮਝ ਆਈ। AI ਸਿਸਟਮ ਸਿੱਖਣ ਵਾਲਾ ਹੈ ਤੇ ਗਿਆਨਵੀਰਾ ਕਾਰ ਸਿਖਾਉਣ ਵਾਲਾ ਅਧਿਆਪਕ। ਕਿਉਂ, ਸਹੀ ਕਿਹਾ ਨਾ ਚਾਚਾ ਜੀ? ਇਹ ਲਓ ਜੀ ਤੁਹਾਡਾ ਖਾਣਾ, ਤੇ ਖਾਣੇ ਦੇ ਨਾਲ ਨਾਲ ਸੁਣੋ ਸਾਡੇ ਢਾਬੇ ਦਾ ਗਾਣਾ। ਵਾਹ, ਖਾਣੇ ਦੀ ਮਹਿਕ ਤਾਂ ਬਹੁਤ ਵਧੀਆ। ਬਈ ਗੁਰਵਿੰਦਰ ਨੇ ਇਸ ਢਾਬੇ ਵਾਲੇ ਦੀ ਬਹੁਤ ਵਡਿਆਈ ਕੀਤੀ ਸੀ, ਪਤਾ ਤੇ ਹੁਣ ਲੱਗੇਗਾ। ਅਰਮਾਨ, ਕੀ ਬਹੁਤ ਭੁੱਖ ਲੱਗੀ ਹੈ? ਸ਼ੁਰੂ ਕਰੀਏ? ਹਾਂ ਚਾਚਾ ਜੀ, ਮੇਰੇ ਪੇਟ 'ਚ ਤਾਂ ਚੂਹੇ ਕੁੱਦ ਰਹੇ ਨੇ। ਲਓ ਫਿਰ ਕਰੋ ਸ਼ੁਰੂ। ਗੁਰਵਿੰਦਰ, ਮੈਂ ਤੁਹਾਡੀ ਕਾਰ 'ਚ ਲੰਬੇ ਸਮੇਂ ਬਾਅਦ ਸਵਾਰੀ ਕਰ ਰਿਹਾ। ਕੀ ਤੁਸੀਂ ਇਹਦੇ ਵਿੱਚ ਕੋਈ ਬਦਲਾਅ ਵੀ ਕੀਤਾ? ਅੱਛਾ ਵੀਰ, ਤੁਹਾਨੂੰ ਕੋਈ ਬਦਲਾਅ ਨਜ਼ਰ ਆਇਆ ਹੈ? ਮੈਨੂੰ ਚੰਗੀ ਤਰ੍ਹਾਂ ਵੇਖਣ ਦੇ। ਬਾਹਰੋਂ ਤਾਂ ਕੋਈ ਬਦਲਾਅ ਨਜ਼ਰ ਨਹੀਂ ਆਉਂਦਾ। ਹਾਂ, ਅੰਦਰ ਕੁਝ ਬਦਲਾਅ ਦਿਖਾਈ ਦੇ ਰਹੇ ਨੇ। ਕੁਝ ਨਵੇਂ ਗੈਜਟ ਵੀ ਲਗਾਏ ਗਏ ਨੇ। ਉਹ ਗੁਰਵਿੰਦਰ, ਲੱਗਦਾ ਹੈ ਤੁਸੀਂ ਵੀ ਆਪਣੀ ਕਾਰ ਨੂੰ ਸਮਾਰਟ ਕਾਰ ਬਣਾਉਣ 'ਚ ਲੱਗੇ ਹੋਏ ਹੋ। ਵੀਰ ਜੀ, ਸਮਾਰਟ ਕਾਰ ਇੱਕ ਮਨੁੱਖ ਦੇ ਵਾਂਗ ਵਿਹਾਰ ਕਰਦੀ ਹੈ। ਹਾਲਾਂਕਿ ਮਨੁੱਖ ਦੀ ਸਾਰੀ ਮੈਮਰੀ ਕਿਸੇ ਕਾਰ ਦੇ ਸਿਸਟਮ 'ਚ ਪਾਉਣਾ ਬਹੁਤ ਮੁਸ਼ਕਿਲ ਹੈ। ਆਖਿਰ ਕਾਰ ਵੀ ਤਾਂ ਇੱਕ ਮਸ਼ੀਨ ਹੀ ਹੈ ਤੇ ਸਮੇਂ ਦੇ ਨਾਲ ਇਸ ਦੇ ਸੈਂਸਰ 'ਚ ਵੀ ਬਦਲਾਅ ਕੀਤੇ ਜਾਂਦੇ ਨੇ ਜਿਸ ਨਾਲ ਇਸ ਦੀ ਸਮਰੱਥਾ ਵਧਾਈ ਜਾ ਸਕੇ। ਪਰ ਜਿੱਥੇ ਕਾਰ ਬਣਾਈ ਜਾਂਦੀ ਹੈ ਉਹਨਾਂ ਉਦਯੋਗਿਕ ਇਕਾਈਆਂ 'ਚ ਵੀ ਬਦਲਾਅ ਜ਼ਰੂਰੀ ਹੋ ਜਾਂਦੇ ਨੇ। ਬਿਲਕੁਲ ਠੀਕ ਹੈ ਭਾਬੀ ਜੀ। ਇਹਨਾਂ ਇਕਾਈਆਂ 'ਚ ਸਮਾਰਟ ਰੋਬੋਟ ਕਾਰੀਗਰਾਂ ਦੇ ਨਾਲ ਮਿਲ ਕੇ ਕੰਮ ਕਰਨ ਲੱਗੇ ਨੇ। ਇੱਥੇ ਵੀ AI ਯਾਨੀ ਬਣਾਉਟੀ ਬੌਧਿਕਤਾ ਆਪਣਾ ਸਹਿਯੋਗ ਦੇ ਰਹੀ ਹੈ। AI ਆਧਾਰਿਤ ਬੁੱਧੀਮਾਨ ਰੋਬੋਟ ਆਪਣੀ ਸਮਰੱਥਾ ਦੇ ਨਾਲ ਸੰਭਾਵੀ ਦੁਰਘਟਨਾਵਾਂ ਨੂੰ ਘੱਟ ਤੋਂ ਘੱਟ ਕਰਨ 'ਚ ਸਹਿਯੋਗ ਕਰਦੇ ਨੇ। ਬਈ ਜਿੱਥੋਂ ਤੱਕ ਮੈਂ ਸਮਝਦਾ ਤੇ ਸੰਖੇਪ 'ਚ ਆਖਾਂ ਤਾਂ ਇਹੀ ਨਤੀਜਾ ਨਿਕਲਦਾ ਹੈ ਕਿ ਤਕਨੀਕ ਨੇ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਉਤਪਾਦਨ 'ਚ ਸੁਧਾਰ ਤੇ ਸਮਰੱਥਾ 'ਚ ਬੁਨਿਆਦੀ ਪਰਿਵਰਤਨ ਕੀਤੇ ਨੇ। ਹਾਂ ਪਾਪਾ, ਬਦਲਾਅ ਤਾਂ ਸਾਰੀ ਥਾਵਾਂ ਤੇ ਦਿਖਾਈ ਦੇ ਰਹੇ ਨੇ। ਦੂਜੀ ਚੰਗੀ ਗੱਲ ਇਹ ਹੈ ਕਿ ਸਮਾਰਟ ਕਾਰਾਂ ਆਪਣਾ ਧਿਆਨ ਬਾਖੂਬੀ ਰੱਖਦੀਆਂ ਨੇ। ਕੋਈ ਗੜਬੜੀ ਹੋਣ ਤੇ ਮਾਲਕ ਨੂੰ ਪਹਿਲਾਂ ਹੀ ਚੇਤਾਵਨੀ ਦੇਣਾ ਸ਼ੁਰੂ ਕਰ ਦਿੰਦੀਆਂ ਨੇ। ਪਰ ਤੁਸੀਂ ਉਸ ਕਾਰ ਬਾਰੇ ਨਹੀਂ ਦੱਸਿਆ ਜਿਹੜੀ ਨਦੀ 'ਚ ਡਿੱਗ ਗਈ ਸੀ। ਕੀ ਉਹ ਸੱਚੀ ਘਟਨਾ ਸੀ? ਚੰਗਾ ਤੂੰ ਦੱਸ, ਉਹ ਦਿਖਾਈ ਦੇਣ ਵਾਲੀ ਕਾਰ ਸੀ ਜਾਂ ਫਿਰ ਮਨ ਘੜੰਤ ਕਾਲਪਨਿਕ? ਅੰਕਲ, ਮੇਰਾ ਦਿਮਾਗ ਤਾਂ ਕੰਮ ਨਹੀਂ ਕਰ ਰਿਹਾ। ਪਲੀਜ਼ ਦੱਸੋ ਨਾ। ਚੰਗਾ ਦੱਸਦਾ।
ਤੂੰ ਉਸੇ ਕਾਰ 'ਚ ਬੈਠਾ ਹੈ ਜਿਹੜੀ ਨਦੀ 'ਚ ਡਿੱਗ ਗਈ ਸੀ। ਤੁਸੀਂ ਕੀ ਆਖ ਰਹੇ ਹੋ? ਹਾਂ, ਮੈਂ ਹੀ ਉਸ ਨੂੰ ਚਲਾ ਰਿਹਾ ਸੀ ਤੇ ਜਿਹੜੇ 3 ਸਵਾਰ ਸਨ ਉਹ ਸਾਰੇ ਮੇਰੇ ਸਹਿਯੋਗੀ ਸੀ। ਉਹ ਤਿੰਨੇ ਅੱਜ ਵੀ ਮੇਰੇ ਨਾਲ ਕੰਮ ਕਰਦੇ ਨੇ ਤੇ ਸਾਡਾ ਸਾਰਿਆਂ ਦਾ ਯਤਨ ਹੈ ਕਿ ਕਿਸ ਪ੍ਰਕਾਰ ਇਹਨਾਂ ਕਾਰਾਂ ਨੂੰ ਹੋਰ ਵਧੀਆ ਰੂਪ ਦੇ ਸਕੀਏ। ਤਾਂ ਇਹ ਗੱਲ ਹੈ। ਬਿਲਕੁਲ, ਇਹ ਕਾਰ ਪਾਣੀ ਤੋਂ ਬਾਹਰ ਆਉਣ 'ਚ ਵੀ ਸਮਰੱਥ ਹੈ। ਹੋਵਰਕ੍ਰਾਫਟ ਦੇ ਵਾਂਗ? ਨਾ 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 ਨਾ, ਇਦਾਂ ਨਹੀਂ ਹੈ। ਨਾ ਹੀ ਇਹ ਪਣਡੁੱਬੀ ਹੈ ਤੇ ਨਾ ਹੀ ਇਹ ਹੋਵਰਕ੍ਰਾਫਟ। ਇਹ ਪਾਣੀ ਤੇ ਤੈਰਨ ਲੱਗਦੀ ਹੈ ਤੇ ਭਾਫ਼ ਦੇ ਦਬਾਅ 'ਚ ਅੱਗੇ ਵੱਲ ਚੱਲਣ ਲੱਗਦੀ ਹੈ। ਮੈਨੂੰ ਵਿਸ਼ਵਾਸ ਨਹੀਂ ਹੁੰਦਾ। ਚੰਗਾ, ਦੱਸੋ ਮੈਂ ਕਿਵੇਂ ਤੁਹਾਨੂੰ ਵਿਸ਼ਵਾਸ ਦਿਵਾਵਾਂ ਕਿ ਤੁਸੀਂ ਇੱਕ ਅਜਿਹੀ ਕਾਰ 'ਚ ਬੈਠੇ ਹੋ ਜਿਹੜੀ ਬਨਾਵਟੀ ਭੌਤਿਕਤਾ ਦੁਆਰਾ ਨਿਯੰਤਰਿਤ ਹੈ। ਕਿ ਸਿੱਧਾ ਪਾਣੀ 'ਚ ਉਤਾਰ ਦੇਵਾਂ? ਨਹੀਂ ਨਹੀਂ ਨਹੀਂ, ਇਹ ਤਾਂ ਕੋਈ ਸਿਆਣਪ ਵਾਲੀ ਗੱਲ ਨਹੀਂ। ਚੰਗਾ ਸੁਣੋ, ਤੁਸੀਂ ਕਾਰ ਚੱਲਦੇ ਸਮੇਂ ਧਿਆਨ ਹੀ ਨਹੀਂ ਦਿੱਤਾ। ਉਹ ਕੀ? ਅੱਜ ਸਵੇਰ ਦਾ ਨਾਸ਼ਤਾ ਬਹੁਤ ਭਾਰੀ ਸੀ ਹਾਂ। ਤੇ ਭਾਬੀ ਜੀ ਆਖ ਰਹੇ ਸੀ ਕਿ ਹੁਣ ਦੁਪਹਿਰ ਦੇ ਖਾਣੇ ਦੀ ਜ਼ਰੂਰਤ ਹੀ ਨਹੀਂ। ਯਾਦ ਆਇਆ? ਹਾਂ, ਧਿਆਨ ਵੀ ਆਇਆ ਤੇ ਯਾਦ ਵੀ ਆਇਆ। ਪਰ ਜਿਵੇਂ ਹੀ ਲੰਚ ਦਾ ਸਮਾਂ ਹੋਇਆ ਸਾਰਿਆਂ ਨੂੰ ਭੁੱਖ ਲੱਗ ਗਈ। ਇਹ ਕਿਵੇਂ ਹੋਇਆ? ਤੁਸੀਂ ਆਖਣਾ ਕੀ ਚਾਹੁੰਦੇ ਹੋ? ਇਸ ਕਾਰ ਨੇ ਸਾਡੀ ਭੁੱਖ ਵਧਾ ਦਿੱਤੀ। ਇਸ ਕਾਰ ਨੇ ਆਪਣੀ ਸੀਟ 'ਚ ਲੱਗੇ ਗੈਜਟ ਦੁਆਰਾ ਕੁਝ ਤਰੰਗਾਂ ਮਤਲਬ ਵਾਈਬ੍ਰੇਸ਼ਨਸ ਉਤਪੰਨ ਕੀਤੀਆਂ ਤੇ ਪਿਆਰਾ ਜਿਹਾ ਸੰਗੀਤ ਵਜਾਇਆ। ਇਹ ਦੋਹਾਂ ਨੇ ਭੁੱਖ ਵਧਾਉਣ 'ਚ ਸਹਾਇਤਾ ਕੀਤੀ ਤੇ ਨਤੀਜਾ ਸਾਡੇ ਸਭ ਦੇ ਸਾਹਮਣੇ ਹੈ। ਮਤਲਬ ਕਿ ਇਹੀ ਨਿਯਮ ਸਾਡੇ ਤੇ ਵੀ ਲਾਗੂ ਹੋਇਆ। ਵਿਸ਼ਵਾਸ ਜਿਹਾ ਨਹੀਂ ਹੁੰਦਾ। ਸਵਾਰੀਆਂ ਦੀ ਭੁੱਖ ਵਧਾਉਣ ਦੇ ਵਾਸਤੇ ਬਸ ਥੋੜਾ ਜਿਹਾ ਕੁਝ ਜੋੜਿਆ ਗਿਆ ਸੀ ਤੇ ਹੁਣ ਮਨ ਪਰਚਾਵੇ ਦੇ ਲਈ ਜ਼ਰਾ ਜਿੰਨਾ ਕੁਝ ਹੋਰ ਵੀ ਜੋੜਨਾ ਚਾਹੀਦਾ ਹੈ। ਅੱਛਾ ਚਾਚਾ ਜੀ, ਉਹ ਕੀ? ਅਰਮਾਨ, ਆਓ ਸਾਹਮਣੇ ਵੇਖੋ। ਅਸੀਂ ਝਰਨੇ ਦੇ ਕੋਲ ਆ। ਕੁਦਰਤ ਦੀ ਇੱਕ ਹੋਰ ਅਨਮੋਲ ਦਾਤ। ਕਲਾਕਾਰ ਆਪਣੀ ਚਿੱਤਰਕਾਰੀ ਨਾਲ ਕਾਗਜ਼ ਤੇ ਇਸ ਨੂੰ ਉਤਾਰਦੇ ਨੇ। ਇੱਥੇ ਥੋੜੀ ਦੇਰ ਦੇ ਲਈ ਰੁਕਦੇ ਹਾਂ ਆਪਾਂ। ਚੰਗਾ ਹੋਏਗਾ ਜੇ ਆਪਾਂ ਕੁਝ ਤਸਵੀਰਾਂ ਵੀ ਲੈ ਲਈਏ, ਆਈ ਮੀਨ ਸੈਲਫੀ। ਬਿਲਕੁਲ ਬਿਲਕੁਲ। ਚੰਗਾ, ਇਹ ਦੱਸੋ ਕਿ ਤਸਵੀਰਾਂ ਖਿੱਚੇਗਾ ਕੌਣ, ਤੂੰ ਜਾਂ ਤੇਰੀ ਇਹ ਸਮਾਰਟ ਕਾਰ? ਲਓ ਹੁਣ ਨੋਟ ਕਰੋ ਸਾਡੀ ਅੱਜ ਦੀ ਕੜੀ 'ਚ ਪੁੱਛੇ ਜਾਣ ਵਾਲੇ ਸਵਾਲ। ਸਵਾਲ ਨੰਬਰ 1, ਬਿਨਾਂ ਡਰਾਈਵਰ ਕਾਰਾਂ ਦੇ ਪ੍ਰੋਗਰਾਮ ਬਣਾਉਣ ਵਾਸਤੇ ਅੰਕੜੇ ਕਿਸ ਪਲੇਟਫਾਰਮ ਉੱਪਰ ਇਕੱਠੇ ਕੀਤੇ ਜਾਂਦੇ ਨੇ? ਸਵਾਲ ਨੰਬਰ 2, ਬਿਨਾਂ ਡਰਾਈਵਰ ਕਾਰਾਂ ਦੀ ਐਕਸੀਡੈਂਟ ਰੋਕਣ 'ਚ ਕੀ ਭੂਮਿਕਾ ਹੈ? ਇਹਨਾਂ ਸਵਾਲਾਂ ਦੇ ਜਵਾਬ ਭੇਜਣ ਲਈ ਹੁਣ ਸਾਡਾ ਪਤਾ ਨੋਟ ਕਰੋ। ਇੰਚਾਰਜ ਪ੍ਰੋਗਰਾਮ ਆਉਣ ਵਾਲਾ ਕੱਲ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ 144001। ਤੁਸੀਂ ਸੁਣ ਰਹੇ ਸੀ ਵਿਗਿਆਨ ਲੜੀਵਾਰ ਆਉਣ ਵਾਲਾ ਕੱਲ ਦੀ 22ਵੀਂ ਕੜੀ। ਹਿੱਸਾ ਲੈਣ ਵਾਲੇ ਕਲਾਕਾਰ ਗੁਲਸ਼ਨ ਸੱਗੀ, ਸਤਿਆਜੀਤ, ਅਸ਼ੋਕ ਮਲਹੋਤਰਾ, ਤੌਸ਼ਿਕ, ਸੁਦੇਸ਼ ਵਿੰਕਲ, ਰਮਨਦੀਪ, ਸੁਰਜੀਤ ਕੌਰ ਤੇ ਗੁਰਵਿੰਦਰ। ਵਿਸ਼ੇਸ਼ ਸਹਿਯੋਗ ਸਰਬਜੀਤ ਰਿਸ਼ੀ। ਪੇਸ਼ਕਸ਼ ਗੁਰਵਿੰਦਰ ਸਿੰਘ ਤੇ ਅਮਨਦੇਵ ਜੋਸ਼ੀ।